श्री वाहिगुरु साहिब जीओ। सतगुर होए दयाल ता शरदा पूरीऐ। सतगुर होए दयाल ना कदमों झूरीऐ। सतगुर होए दयाल ता दुख ना जानीऐ। सतगुर होए दयाल ता हर रंग माणीऐ। बाणी गुरु गुरु है बाणी विच बाणी अमृत सारी। गुरबाणी कह सेवक जन मन परतख गुरु निस्तारे। सो कहो टल गुर सीविऐ एहनस सहज सुभाई। दर्शन परसिऐ गुरु के जन्म मरण दुख जाए। सतनाम श्री वाहिगुरु साहिब जीओ। महला पहला। हक पराया नानका उस सूर उस गाई। गुर पीर हामा तां पर जाम मुरदार न खाई। हक पराया नानका उस सूर उस गाई। गुर पीर हामा तां पर जाम मुरदार न खाई। गली किस तरह जाइए छूटै सच कमाई। मारन पाए राम ने होए हलाल न जाई। नानक गली कूड़ी कूड़ो पल्ले पाई। मारन पाए राम में होए हलाल न जाई। नानक गली कूड़ी कूड़ो पल्ले पाई। वाहिगुरु जी का खालसा वाहिगुरु जी की फतेह। गुरु प्यारी गुरु सवारी साध संगत जीओ। आप जी बहुत ही वड्डिया भागां वाले हो जो धन धन साहिब श्री गुरु नानक देव जी के दरबार के हाजिर करते हुए जुगो जुग अटल धन धन ओके श्री है ना। गुरु ग्रंथ साहिब के सन्मुख हो के अपने जीवन दी अनमोल घड़ियां का आनंद प्राप्त करते सी। आप जी बड़े प्यार ते सत्कार दे नाल भाई साहब भाई गुरप्रीत सिंह जी जो बिरादरी गुरुद्वारा सजेना साहिब आसरा जी की बात के कीर्तन करते सी। हुण समा है लड़ीवार गुरशब्द की विचारता लड़ीवार की विचार आप जी के भाई साहब भाई गुरप्रीत सिंह जी बाबा बड़ा वाले सर्व कहोगे। इस तरह आगे करके गुरु जी तुझे प्राप्त करते हैं। वाहिगुरु जी का खालसा वाहिगुरु जी की फतेह। सतनाम जी। वाहिगुरु साहिब जीओ। तेरे कावन कावन गुण कह कह गावा। तू साहिब गुणी निधाना। तुमरी महिमा बरन ना साको। तू ठाकर ऊच भगवाना।
ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਹੁਕਮ ਪਛਾਣੈ, ਡੁਬਦਾ ਪੱਥਰ ਲੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਰੇ ਸਨਮਾਨਯੋਗ ਚਬਰ ਤਖਤ ਸਿੰਘਾਸਨ ਦੇ ਮਾਲਕ, ਹਾਜ਼ਰਾ ਹਜ਼ੂਰ ਪਤਿਤ ਪਾਵਨ ਭਗਤ ਵਛਲ ਸਤਿਗੁਰੂ, ਕਰੁਣਾ ਨਿਧਾਨ ਦੀਨਾ ਬੰਧੂ, ਸ਼ਬਦਾਵਤਾਰ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਜਗਤ ਗੁਰ ਬਾਬਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਦੀ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਹਾਜ਼ਰੀ ਭਰ ਰਹੇ ਗੁਰੂ ਪਿਆਰੇ, ਗੁਰੂ ਸਵਾਰੇ ਸਤਸੰਗੀਓ, ਜੋ ਸਤਿਗੁਰੂ ਦੀ ਰਹਿਮਤ ਦੇ ਨਾਲ ਆਪ ਰੋਜ਼ਾਨਾ ਗੁਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰਦੇ ਹੋ। ਸਤਿਕਾਰਯੋਗ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਅੱਜ ਦੇ ਪਾਵਨ ਲੜੀਵਾਰ ਸ਼ਬਦ ਦਾ ਪਾਠ ਸਰਵਣ ਕੀਤਾ ਹੈ। ਮਾਝ ਕੀ ਵਾਰ ਦੀ ਇਸ ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਅੱਜ ਦਾ ਇਹ ਪਾਵਨ ਸ਼ਬਦ ਹੈ, ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 140 ਦੇ ਉੱਪਰ ਸੁਭਾਇਮਾਨ ਹੈ ਤੇ ਇਹ ਪੌੜੀ 140 ਤੋਂ 41 ਦੇ ਵਿੱਚ ਜਿਹੜੀ ਹੈ ਸੰਪੂਰਨ ਹੁੰਦੀ ਹੈ। ਅੱਜ ਦੇ ਪਾਵਨ ਸ਼ਬਦ ਦੇ ਅੰਦਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਮਨੁੱਖ ਨੂੰ ਹੱਕ ਸੱਚ ਦੀ ਕਮਾਈ ਨਾਲ, ਹੱਕ ਨਾਲ, ਸੱਚ ਨਾਲ ਜੁੜਨ ਦਾ ਸੰਦੇਸ਼ ਦਿੱਤਾ ਹੈ। ਬਹੁਤ ਵਾਰ ਅਸੀਂ ਸੋਚਦੇ ਹਾਂ ਕਿ ਸਾਡਾ ਪਾਠ ਦੇ ਅੰਦਰ, ਸਾਡਾ ਸੇਵਾ ਦੇ ਅੰਦਰ, ਸਾਡਾ ਸਿਮਰਨ ਕਰਨ ਦੇ ਅੰਦਰ ਮਨ ਨਹੀਂ ਜੁੜਦਾ। ਪਰ ਮਨ ਦੀ ਇਕਾਗਰਤਾ ਵਾਸਤੇ, ਮਨ ਦੇ ਟਿਕਾਊ ਦੇ ਵਾਸਤੇ ਬਹੁਤ ਕੁਝ ਜ਼ਰੂਰੀ ਹੁੰਦਾ ਹੈ। ਉਸ ਵਾਸਤੇ ਸਾਡਾ ਖਾਣਾ ਕੀ ਹੈ, ਉਸ ਵਾਸਤੇ ਸਾਡੇ ਜੀਵਨ ਦੀ ਵਿਚਾਰਧਾਰਾ ਕੀ ਹੈ, ਸਾਡੇ ਜੀਵਨ ਦੇ ਅੰਦਰ ਸਾਡਾ ਰਹਿਣ ਬਸੇਰਾ ਕਿਸ ਤਰ੍ਹਾਂ ਦਾ ਹੈ, ਇਹ ਸਾਰੀਆਂ ਗੱਲਾਂ ਜਿਹੜੀਆਂ ਕੋਟ ਕਰਦੀਆਂ ਨੇ ਕਿਤੇ ਸਾਡੇ ਮਨ ਦੀ ਇਕਾਗਰਤਾ ਵਾਸਤੇ। ਜੇ ਮਾਹੌਲ ਇਕਾਗਰਤਾ ਵਾਲਾ ਨਹੀਂ ਹੋਏਗਾ ਤਾਂ ਮਨ ਦਾ ਟਿਕਾ ਕਿਵੇਂ ਬਣੇਗਾ। ਜੇ ਮਾਹੌਲ ਇਕਾਗਰਤਾ ਵਾਲਾ ਤੁਹਾਨੂੰ ਮਿਲਿਆ ਹੈ ਤੇ ਤੁਹਾਡੇ ਅੰਦਰ ਹੀ ਖਲਬਲੀ ਮੱਚੀ ਵੀ ਹੈ, ਤੁਹਾਡੇ ਅੰਦਰ ਹੀ ਵਿਕਾਰਾਂ ਦਾ ਵੇਗ ਇੰਨਾ ਤੇਜ਼ ਹੈ ਕਿ ਤੁਹਾਡਾ ਮਨ ਅੰਦਰੋਂ ਟਿਕ ਹੀ ਨਹੀਂ ਸਕਦਾ। ਉਸ ਵਾਸਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਸਭ ਤੋਂ ਪਹਿਲਾਂ ਆਪਣੇ ਹੱਕ ਦੀ ਰੋਟੀ ਨੂੰ ਖਾਣਾ,
ਆਪਣੇ ਹੱਕ ਦੀ ਕਮਾਈ ਨੂੰ ਖਾਣਾ ਤੇਰੇ ਵਾਸਤੇ ਹਲਾਲ ਹੈ, ਤੇਰੇ ਵਾਸਤੇ ਸੱਚੀ ਕਮਾਈ ਹੈ। ਤੇ ਜੇਕਰ ਤੂੰ ਪਰਾਇਆ ਹੱਕ ਕਿਸੇ ਦਾ ਮਾਰ ਕੇ ਖਾ ਲੈਣਾ ਹੈ ਤਾਂ ਚੇਤੇ ਰੱਖ, ਸਾਹਿਬ ਪਾਤਸ਼ਾਹ ਕਹਿੰਦੇ ਜੇਕਰ ਉਹ ਹੱਕ ਹਿੰਦੂ ਭਰਾ ਖਾਂਦਾ ਹੈ ਤਾਂ ਉਸ ਨੂੰ ਗਾਂ ਦਾ ਮਾਸ ਖਾਣ ਦੇ ਬਰਾਬਰ ਹੈ ਪਰਾਇਆ ਹੱਕ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਂ। ਤੇ ਜੇਕਰ ਮੁਸਲਮਾਨ ਭਰਾ ਪਰਾਇਆ ਹੱਕ ਖਾਂਦਾ ਹੈ ਤਾਂ ਉਸ ਨੂੰ ਸੂਰ ਦਾ ਮਾਸ ਖਾਣ ਦੇ ਬਰਾਬਰ ਹੈ। ਭਾਵ ਜੋ ਚੀਜ਼ਾਂ ਧਰਮ ਦੇ ਵਿੱਚ ਵਰਜਿਤ ਕੀਤੀਆਂ ਜਾਂਦੀਆਂ ਨੇ, ਜਿਸ ਤਰ੍ਹਾਂ ਸਨਾਤਨੀ ਮਤ ਹੈ, ਹਿੰਦੂ ਮਤ ਹੈ, ਤਾਂ ਉਸ ਦੇ ਅੰਦਰ ਗਾਂ ਦਾ ਮਾਸ ਖਾਣਾ ਇੱਕ ਬੱਜਰ ਪਾਪ ਹੈ, ਕਿਉਂਕਿ ਉਹ ਗਾਂ ਦੀ ਪੂਜਾ ਕਰਦਾ ਹੈ। ਇਸਲਾਮ ਦੇ ਵਿੱਚ ਸੂਅਰ ਦਾ ਮਾਸ ਖਾਣਾ ਬੱਜਰ ਪਾਪ ਹੈ, ਬੱਜਰ ਗੁਨਾਹ ਹੈ। ਤਾਂ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦਾ ਬੱਜਰ ਪਾਪ ਹੈ, ਇਸ ਤਰ੍ਹਾਂ ਦਾ ਬੱਜਰ ਗੁਨਾਹ ਹੈ ਜੇਕਰ ਤੂੰ ਪਰਾਇਆ ਹੱਕ, ਪਰਾਈ ਕਮਾਈ ਜਿਸ ਤੇ ਤੇਰਾ ਹੱਕ ਨਹੀਂ, ਤੂੰ ਉਹਨੂੰ ਖਾ ਜਾਂਦਾ ਹੈ। ਹੱਕ ਦਾ ਮਤਲਬ ਜਿਸ ਕਾਰਜ ਲਈ ਅਸੀਂ ਮਿਹਨਤ ਕੀਤੀ ਹੈ, ਜਿਸ ਕਾਰਜ ਲਈ ਅਸੀਂ ਆਪਣਾ ਖੂਨ ਪਸੀਨਾ ਵਹਾਇਆ ਤੇ ਜਿੰਨਾ ਸਾਡਾ ਮਿਹਨਤਾਨਾ ਬਣਦਾ, ਹੱਕ ਬਣਦਾ, ਉਹ ਆਪਾਂ ਹੱਕ ਦੇ ਵਿੱਚ ਖਾਣਾ, ਉਹ ਹੈ ਸਾਡੀ ਸੱਚੀ ਸੁੱਚੀ ਕਮਾਈ। ਤੇ ਜੇਕਰ ਆਪਾਂ ਉਸ ਹੱਕ ਤੋਂ ਇਲਾਵਾ ਵੱਧ ਜਾ ਕੇ ਉਸ ਵਿੱਚ ਪ੍ਰਾਪਤੀ ਕਰਦੇ ਹਾਂ ਤਾਂ ਉਹ ਬਣ ਜਾਂਦਾ ਪਰਾਇਆ ਹੱਕ, ਜਿਹੜਾ ਕਿਸੇ ਦਾ ਹੱਕ ਸੀ, ਜਿਹੜਾ ਆਪਾਂ ਖਾ ਲਿਆ। ਜਿਹੜਾ ਹੱਕ ਕਿਸੇ ਦਾ ਸੀ ਆਪਾਂ ਖਾ ਲਿਆ। ਤਾਂ ਪਾਤਸ਼ਾਹ ਕਹਿੰਦੇ ਪਰਾਇਆ ਹੱਕ ਖਾਣ ਦਾ ਮਤਲਬ ਹਿੰਦੂ ਭਰਾ ਵਾਸਤੇ ਗਾਂ ਦਾ ਮਾਸ ਤੇ ਮੁਸਲਮਾਨ ਵਾਸਤੇ ਸੂਅਰ ਦਾ ਮਾਸ ਖਾਣ ਦੇ ਬਰਾਬਰ ਹੈ। ਅਸੀਂ ਪਰਾਇਆ ਹੱਕ ਨਹੀਂ ਖਾਣਾ। ਅੱਜ ਮਨੁੱਖ ਕਹਿ ਦਿੰਦਾ ਕਿ ਮੈਂ ਮਾਸ ਬੇਸ਼ੱਕ ਨਹੀਂ ਖਾਂਦਾ, ਪਰ ਪਰਾਇਆ ਹੱਕ ਖਾਣਾ ਵੀ ਤਾਂ ਮਾਸ ਖਾਣ ਦੇ ਬਰਾਬਰ ਹੈ। ਉੱਪਰੋਂ ਤੂੰ ਕਹਿ ਰਿਹਾ ਮੈਂ ਮਾਸ ਦਾ ਸੇਵਨ ਨਹੀਂ ਕਰਦਾ, ਪਰ ਚੇਤੇ ਰੱਖੀ ਜੇ ਪਰਾਇਆ ਹੱਕ ਕਿਸੇ ਦਾ ਖਾ ਰਿਹਾ, ਅਸੀਂ ਕੀ ਕਰਦੇ ਹਾਂ, ਮੈਨੂੰ ਖਿਮਾ ਕਰ ਦੇਣਾ। ਬਹੁਤ ਸਾਰੇ ਇਨਸਾਨਾਂ ਦਾ ਅੱਜ ਹਾਵ ਭਾਵ ਵੀ ਇਹ ਹੈ ਕਿ ਠੀਕ ਹੈ, ਕਿਸੇ ਤੋਂ ਕੰਮ ਕਰਾਇਆ, ਉਹ 1000 ਰੁਪਏ ਦਾ ਹੱਕਦਾਰ ਸੀ, ਬੰਦਾ ਕਹਿੰਦਾ ਵਿੱਚ 100 ਰੁਪਈਆ ਮੇਰਾ, 900 ਤੇਰਾ। ਤਾਂ ਉਹਦੇ ਹੱਕ 'ਚੋਂ ਅਸੀਂ 100 ਰੁਪਈਆ ਖਾਧਾ, ਤਾਂ ਇਸ ਦਾ ਮਤਲਬ ਕੀ ਹੋ ਗਿਆ, ਅਸੀਂ ਪਰਾਇਆ ਹੱਕ ਖਾਧਾ। ਤਾਂ ਪਰਾਇਆ ਹੱਕ ਖਾਣ ਵਾਲੇ ਦਾ ਮਨ ਜਦੋਂ ਚੌਂਕੜੀ ਮਾਰ ਕੇ ਪਾਠ ਕਰਨ ਬੈਠੇਗਾ, ਕਿੱਥੋਂ ਟਿਕੇਗਾ। ਇਸ ਦੇ ਬਾਰੇ ਗਿਆਨੀ ਸੰਤ ਸਿੰਘ ਜੀ ਮਸਕੀਨ ਇੱਕ ਬੜੀ ਪਿਆਰੀ ਗਾਥਾ ਲਿਖਦੇ ਹੈ। ਕਹਿੰਦੇ ਹਜ਼ਰਤ ਮੁਹੰਮਦ ਸਾਹਿਬ ਇੱਕ ਦਿਨ ਨਮਾਜ਼ ਵਿੱਚ ਬੈਠੇ, ਕਿਉਂਕਿ ਜਿਹੜਾ ਇਹ ਸਾਰਾ ਸ਼ਲੋਕ ਹੈ, ਅੱਗੇ ਵੀ ਜਿਹੜਾ ਅਗਲਾ ਸ਼ਲੋਕ ਹੈ ਉਹ ਵੀ 5 ਨਮਾਜ਼ਾਂ ਵਕਤ 5, ਉਹ ਵੀ ਇਸ ਤੇ ਗੱਲ ਕੀਤੀ ਹੈ ਪਾਤਸ਼ਾਹ ਨੇ ਅਗਲੇਰੇ ਸ਼ਲੋਕ ਵਿੱਚ ਵੀ। ਤਾਂ ਕਹਿੰਦੇ ਇੱਕ ਦਿਨ ਨਮਾਜ਼ ਅਦਾ ਕਰਨ ਵਾਸਤੇ ਬੈਠੇ ਤੇ ਮਨ ਨਾ ਲੱਗਿਆ, ਤੇ ਆਪਣੀ ਘਰ ਵਾਲੀ ਨੂੰ ਆਖਿਆ, ਕਹਿਣ ਲੱਗੇ ਅੱਜ ਕੀ ਕਾਰਨ ਹੈ, ਮੈਂ ਤੇ ਜਾਣ ਬੁੱਝ ਕੇ ਜਾਣਦਿਆਂ ਹੋਇਆ ਮੈਂ ਸੋਚਿਆ ਵਿਚਾਰਿਆ ਕਿ ਮੈਥੋਂ ਕੋਈ ਅਵੱਗਿਆ, ਕੋਈ ਪਾਪ ਨਹੀਂ ਹੋਇਆ, ਪਰ ਅੱਜ ਮੈਂ ਨਮਾਜ਼ ਦੇ ਵਿੱਚ ਬੈਠਾ, ਖੁਦਾ ਦੀ ਸਿਫਤ ਕਰਨ ਵਾਸਤੇ, ਆਪਣੇ ਗੁਨਾਹਾਂ ਦੀ ਕਬੂਲੀ ਕਰਨ ਵਾਸਤੇ ਬੈਠਾ, ਮਨ ਨਹੀਂ ਲੱਗ ਰਿਹਾ, ਰਸ ਨਹੀਂ ਆ ਰਿਹਾ। ਕਾਰਨ ਕੀ, ਮੈਂ ਤੇ ਆਪਣੇ ਦਿਨ ਨੂੰ ਵਾਚ ਲਿਆ। ਭਾਵ ਕਹਿਣ ਦਾ ਕਿ ਮੈਂ ਦਿਨ ਨੂੰ ਵਾਚਿਆ, ਵੇਖਿਆ ਵੀ ਦਿਨ 'ਚ ਮੈਂ ਕਿਸੇ ਨੂੰ ਕੋਈ ਕਬੋਲ ਤਾਂ ਨਹੀਂ ਬੋਲਿਆ, ਕੋਈ ਪਾਪ ਤਾਂ ਨਹੀਂ ਕੀਤਾ, ਕੋਈ ਗੁਨਾਹ ਭੁੱਲ ਤਾਂ ਨਹੀਂ ਕੀਤੀ, ਪਰ ਜਿੱਥੋਂ ਤੱਕ ਮੇਰਾ ਜ਼ਿਹਨ, ਮੇਰਾ ਦਿਮਾਗ ਕੰਮ ਕਰਦਾ, ਮੈਂ ਕੋਈ ਪਾਪ ਨਹੀਂ ਕੀਤਾ। ਤੇ ਉਸਨੇ ਆਖਿਆ, ਹਜ਼ਰਤ ਮੁਹੰਮਦ ਸਾਹਿਬ ਦੀ ਘਰਵਾਲੀ ਨੇ ਕਹਿਣ ਲੱਗੀ, ਮੈਥੋਂ ਇੱਕ ਗੁਨਾਹ ਹੋਇਆ, ਮੈਥੋਂ ਇੱਕ ਪਾਪ ਹੋਇਆ। ਕਹਿੰਦੇ ਕਿਹੜਾ? ਕਹਿੰਦੇ ਅੱਜ ਗੁਆਂਢ ਦੇ ਘਰ ਵਿੱਚੋਂ ਇੱਕ ਛਟੀ ਲੈ ਕੇ, ਛਟੀ ਭਾਵ ਲੱਕੜ, ਇੱਕ ਪਤਲੀ ਛਟੀ, ਮੈਂ ਛਟੀ ਚੁੱਕ ਕੇ ਜਿਸ ਚੁੱਲ੍ਹੇ ਤੇ ਮੈਂ ਪ੍ਰਸ਼ਾਦਾ ਬਣਾਇਆ
ਉਹਦੇ ਵਿੱਚ ਇੱਕ ਪਰਾਏ ਘਰ ਦੇ ਵਿੱਚੋਂ ਬਿਨਾਂ ਪੁੱਛਾਂ ਛੱਟੀ ਚੱਕ ਕੇ ਮੈਂ ਲਾ ਦਿੱਤੀ ਹੈ, ਸ਼ਾਇਦ ਉਹ ਪਾਪ ਮੈਥੋਂ ਹੋਇਆ, ਤਾਂ ਕਰਕੇ ਤੁਹਾਡਾ ਮਨ ਨਮਾਜ਼ ਵਿੱਚ ਨਹੀਂ ਲੱਗ ਰਿਹਾ। ਤੇ ਖਿਆਲ ਕਰਨਾ, ਗੱਲ ਨੂੰ ਸਮਝਣ ਦਾ ਯਤਨ ਕਰਨਾ, ਜਿਹਦਾ ਆਟਾ ਵੀ ਪਾਪ ਦਾ ਹੈ ਤੇ ਜਿਹਦਾ ਤੇਲ ਵੀ ਪਾਪ ਦਾ ਹੈ ਤੇ ਜਿਹਦਾ ਪਾਣੀ ਵੀ ਪਾਪ ਦਾ ਇਕੱਠਾ ਕੀਤਾ ਹੋਇਆ, ਤੇ ਉਹਦਾ ਮਨ ਕਿਵੇਂ ਲੱਗੇਗਾ। ਹੱਕ ਪਰਾਇਆ ਨਾਨਕਾ, ਤੂੰ ਪਰਾਇਆ ਹੱਕ ਖਾ ਰਿਹਾ ਤੇ ਕਹਿ ਰਿਹਾ ਮੇਰਾ ਮਨ ਨਹੀਂ ਲੱਗਦਾ, ਮਨ ਕਿਵੇਂ ਲੱਗੇਗਾ। ਆਪਣੇ ਮਨ ਦੀ ਇਕਾਗਰਤਾ ਵਾਸਤੇ ਕੱਲਾ ਅੱਖਾਂ ਮੀਚ ਕੇ ਖਿਮਾ ਕਰਨਾ, ਅੱਖਾਂ ਮੀਚ ਕੇ ਬੈਠਣਾ ਹੀ ਕੱਲਾ ਸੱਚ ਨਹੀਂ। ਅੱਖਾਂ ਮੀਟਣ ਤੋਂ ਬਾਹਰ ਤੇਰਾ ਮਨ ਕੀ ਹਰਕਤ ਕਰ ਰਿਹਾ, ਅਸਲ ਵਿੱਚ ਉਹ ਗੱਲ ਨੂੰ ਸਮਝਣ ਦੀ ਲੋੜ ਹੈ ਸਾਨੂੰ। ਤੇ ਉਸ ਵਾਸਤੇ ਸਾਡਾ ਆਹਾਰ, ਬਹੁਤ ਸਾਰੇ ਬੰਦੇ ਕਹਿੰਦੇ ਆ ਜੀ ਭੋਜਨ ਦਾ ਮਨ ਤੇ ਕੀ ਅਸਰ ਹੈ। ਆਹਾਰ ਤੇ ਵਿਚਾਰ ਦਾ ਮਨ ਦਾ ਅਸਰ ਹੈ ਨਾ, ਕਿਉਂਕਿ ਜਿਹੇ ਜਿਹਾ ਆਪਾਂ ਖਾ ਰਹੇ ਹਾਂ ਉਹੇ ਜਿਹਾ ਆਪਣੇ ਮਨ ਤੇ ਅਸਰ ਹੋਣਾ। ਜੈਸਾ ਖਾਈਏ ਅੰਨ ਤੈਸਾ ਹੋਵੇ ਮਨ, ਜਿਹੇ ਜਿਹਾ ਤੂੰ ਭੋਜਨ ਖਾਧਾ ਉਹ ਜਿਹਾ ਤੇਰਾ ਮਨ ਹੋ ਜਾਂਦਾ। ਕਿਉਂਕਿ ਮਨ ਜਿਹੜੇ ਆ, ਮਨ ਦੇ ਵਿੱਚੋਂ ਵਿਚਾਰ ਪੈਦਾ ਹੋਣੇ ਨਾ। ਮਨ ਕਿਹਨੂੰ ਕਹਿੰਦੇ? ਵਿਚਾਰਾਂ ਦੇ ਸੰਗ੍ਰਹਿ ਨੂੰ, ਵਿਚਾਰਾਂ ਦੇ ਇਕੱਠ ਨੂੰ, ਜਿੱਥੋਂ ਵਿਚਾਰ ਪੈਦਾ ਹੋਣੇ ਆ। ਤੇ ਜਿਹੇ ਜਿਹਾ ਤੂੰ ਆਹਾਰ ਛਕਿਆ ਉਹੇ ਜਿਹਾ। ਇਸੇ ਕਰਕੇ ਹਜ਼ੂਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ ਜੇਕਰ ਰੱਬ ਦੇ ਘਰ ਦੇ ਪਿਆਰਿਆਂ ਦਾ ਬਾਸਾ ਪ੍ਰਸ਼ਾਦਾ ਹੋਵੇ, 2-4 ਦਿਨਾਂ ਦਾ ਰੁੱਖਾ ਮਿੱਸਾ ਪ੍ਰਸ਼ਾਦਾ ਹੋਵੇ, ਉਸ ਪ੍ਰਸ਼ਾਦੇ ਦੇ ਵਿੱਚ ਵੀ 36 ਪ੍ਰਕਾਰ ਜਿੰਨਾ ਰਸ ਹੈ, ਉਸ ਪ੍ਰਸ਼ਾਦੇ ਵਿੱਚ ਵੀ 36 ਪ੍ਰਕਾਰ ਦੇ ਭੋਜਨ ਜਿੰਨਾ ਰਸ ਹੈ। ਜੇਕਰ ਰੱਬ ਦੇ ਪਿਆਰ ਵਾਲਿਆਂ ਦਾ, ਰੱਬ ਦੀ ਬੰਦਗੀ ਕਰਨ ਵਾਲਿਆਂ ਦਾ, ਇਬਾਦਤ ਕਰਨ ਵਾਲਿਆਂ ਦੇ ਘਰ ਦਾ ਪ੍ਰਸ਼ਾਦਾ ਹੈ। ਤੇ ਜੇਕਰ ਰੱਬ ਨਾਲੋਂ ਟੁੱਟਿਆ ਹੋਇਆ ਬੰਦਾ ਸਾਖਤ ਹੈ, ਜਿਸ ਦੀ ਕਮਾਈ ਵਿੱਚ ਠੱਗੀ ਤੇ ਧੋਖਾ ਤੇ ਫਰੇਬ ਹੈ, ਪਾਤਸ਼ਾਹ ਕਹਿੰਦੇ ਉਸ ਦੇ ਘਰ ਦਾ ਜੇ 36 ਪ੍ਰਕਾਰ ਦਾ ਭੋਜਨ ਵੀ ਛਕ ਲੇਗਾ ਸਿੱਖਾ, ਤੇ ਉਹ ਵੀ ਜ਼ਹਿਰ ਤੇ ਬਿਸ਼ਟਾ ਦੇ ਸਮਾਨ ਹੈ। ਸੰਤਨ ਕਾ ਦਾਣਾ ਰੂਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰਾ ਤੇ ਬਿਖੂ ਸਮਾਨ। ਸਾਕਤ ਦੇ ਘਰ ਦਾ ਪਾਤਸ਼ਾਹ ਕਹਿੰਦੇ 36 ਪ੍ਰਕਾਰ ਦਾ ਭੋਜਨ ਵੀ ਬਿਖੂ ਜ਼ਹਿਰ, ਗੰਦਗੀ ਵਿਸ਼ਟਾ ਦੇ ਸਮਾਨ ਹੈ। ਤੇ ਰੱਬ ਦੇ ਇਬਾਦਤ ਕਰਨ ਵਾਲੇ ਦਾ ਬੇਖਾ ਪ੍ਰਸ਼ਾਦਾ। ਇਸੇ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਭਾਈ ਲਾਲੋ ਦੇ ਘਰ ਦਾ ਕੋਧਰੇ ਦਾ ਪ੍ਰਸ਼ਾਦਾ ਛਕਿਆ ਤੇ ਮਲਕ ਭਾਗੋ ਦੇ ਪੂੜਿਆਂ ਨੂੰ ਵਿਸਾਰ ਦਿੱਤਾ। ਕਿਉਂ? ਕਿਉਂਕਿ ਲਾਲੋ ਦੀ ਕਿਰਤ ਦੇ ਅੰਦਰ ਖੂਨ ਪਸੀਨੇ ਦੀ ਮਿਹਨਤ ਹੈ, ਲਾਲੋ ਦੀ ਕਿਰਤ ਦੇ ਅੰਦਰ ਸੱਚ ਹੈ, ਤੇ ਮਲਕ ਭਾਗੋ ਦੀ ਕਿਰਤ ਵਿੱਚ ਝੂਠ ਹੈ। ਝੂਠ ਵਾਲੇ ਦੇ ਮਾਲ ਪੂੜਿਆਂ ਨੂੰ ਨਕਾਰ ਦਿੱਤਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ, ਤੇ ਨਾਮ ਬੰਦਗੀ ਇਬਾਦਤ ਕਰਨ ਵਾਲੇ ਦੇ ਬੇਹੇ ਪ੍ਰਸ਼ਾਦੇ ਨੂੰ ਵੀ ਬੜੇ ਸਤਿਕਾਰ ਨਾਲ, ਬੜੇ ਪਿਆਰ ਨਾਲ, ਬੜੀ ਮੁਹੱਬਤ ਨਾਲ ਛਕਿਆ। ਉਸ ਦਾ ਕਾਰਨ ਹੈ ਕਿਉਂਕਿ ਸਾਡੇ ਅੰਦਰ ਸੱਚ ਹੋਵੇ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਜਿਹੜਾ ਬੰਦਾ ਪਰਾਇਆ ਹੱਕ ਖਾਂਦਾ ਹੈ, ਕਿਸੇ ਦਾ ਮਿਹਨਤਾਨੇ ਦਾ ਹੱਕ ਮਾਰ ਕੇ ਖਾ ਲੈਂਦਾ, ਤਾਂ ਉਹਦੀ ਗੁਰੂ ਪੀਰ ਹਾਮੀ ਨਹੀਂ ਭਰਦਾ, ਸਿਫਾਰਿਸ਼ ਨਹੀਂ ਕਰਦਾ। ਕਿਉਂ? ਕਿਉਂਕਿ ਉਹਨੇ ਗੁਰੂ ਦਾ, ਤਾਂ ਤੈਨੂੰ ਗੁਰੂ ਦਾ ਉਪਦੇਸ਼ ਸੀ ਸੱਚਾ ਹੱਕ ਹਲਾਲ ਦੀ ਕਮਾਈ ਖਾਣੀ, 10 ਨੋਹਾਂ ਦੀ ਕਿਰਤ ਕਰਨੀ, ਗੁਰੂ ਦਾ ਉਪਦੇਸ਼ ਹੈ, ਤੇ ਤੂੰ ਗੁਰੂ ਦਾ ਉਪਦੇਸ਼ ਕਮਾਇਆ ਹੀ ਨਹੀਂ। ਹੁਣ ਇੱਕ ਬੰਦਾ ਕਿਸੇ ਦੀ ਸਿਫਾਰਿਸ਼ ਕਰ ਰਿਹਾ, ਮੰਨ ਲਓ ਆਪਾਂ ਕਿਸੇ ਬੰਦੇ ਦੀ ਕਿਸੇ ਕੋਲੇ ਸਿਫਾਰਿਸ਼ ਕਰ ਰਹੇ ਹਾਂ ਵੀ ਆਹ ਬੰਦਾ ਬੜਾ ਸਿਆਣਾ ਹੈ, ਬੜਾ ਲਿਆਕਤ ਵਾਲਾ ਹੈ, ਬੜਾ ਇਮਾਨਦਾਰ ਹੈ, ਤੇ ਇਹਨੂੰ ਤੁਸੀਂ ਆਹ ਫਲਾਨੀ ਪੋਸਟ ਤੇ ਜਾਂ ਇਸ ਜਗ੍ਹਾ ਤੇ ਕੰਮ ਦਿਓ। ਅਸੀਂ ਕਿਸੇ ਦੀ ਸਿਫਾਰਿਸ਼ ਕੀਤੀ ਹੈ ਤੇ ਉਸ ਬੰਦੇ ਕੋਲੇ ਨਾ ਇਮਾਨਦਾਰੀ ਹੋਵੇ ਨਾ ਲਿਆਕਤ ਹੋਵੇ, ਤਾਂ ਫਿਰ ਸਿਫਾਰਿਸ਼ ਕਰਨ ਵਾਲੇ ਦਾ ਸਿਰ ਨੀਵਾਂ ਹੋ ਜਾਂਦਾ, ਕਿਉਂਕਿ ਲਾਂਭਾ ਸਿਫਾਰਿਸ਼ ਕਰਨ ਵਾਲੇ ਨੂੰ ਦਿੱਤਾ ਜਾਂਦਾ। ਸੁਭਾਅ ਹੈ ਮਨੁੱਖ ਦਾ ਕਿ ਜੇ ਚੰਗਾ ਕੰਮ ਕਰੇਗਾ ਤੇ ਸ਼ਾਬਾਸ਼ ਭਲਾ ਘੱਟ ਦੇਵੇ ਤਾਂ ਲਾਂਭਾ ਤਾਂ ਨਾਲ ਦੀ ਨਾਲ ਹੀ ਆ ਜਾਂਦਾ, ਪਲਾਮਾ ਵੀ ਆ ਤੇਰੇ ਬੰਦੇ ਨੇ ਭਾਈ ਆਹ ਕੰਮ ਕਰ ਦਿੱਤਾ। ਤਾਂ ਇਸੇ ਕਰਕੇ ਗੁਰੂ ਸਾਡੀ ਹਾਮੀ ਨਹੀਂ ਭਰਦਾ, ਗੁਰੂ ਸਾਡਾ ਸਾਖੀ ਨਹੀਂ ਬਣਦਾ। ਕਿਉਂ?
क्योंकि तू गुरु दा बचन मन के सच्ची सुची किरत ते अपने हक तो पराए हक नूं खाना शुरू कर दिता। आखो सतनाम। गुरु हामी तां भरे जे गुरु दे आखे लगे। गुरु हामी तां भरे जे गुरु दे तू आखे लगे। ते जे गुरु दा बचन ही नहीं कमा रहा तो गुरु का दी हामी भरेगा तेरी दरगाह विच? गुरु का दी हामी भरेगा उस सच्चे दरबार दे अंदर? गुरु साखी एक बचन होर है, जिन्हां ने गुरु दे आखे ला के बचन कमाया, जिन्हां ने गुरु दी सिक्ख्या नूं धारण कीता और गुरु दे सिद्धांत ते चल के गुरु दे रस्ते नूं अपना के जिंदगी जिउई आ। ते उन्हां वास्ते गुरु दा बचन है, धर्म राए दर कागद फारे जन नानक लेखा समझा। उन्हां दे कागज आप धर्म राए तो लैके पाड़ते, उन्हां दा लेखा निबड़ गया ਜਿਹੜੇ गुरु दे रस्ते ते चल पे, जिन्हां ने गुरु दे राह नूं अपना लिया। गुरमुख गाडी राही पै के जिन्हां ने सच धर्म गुरु दे उपदेश नूं कमाया, ते जिन्हां दे गुरु ने उपदेश नूं कमाया नहीं प्यारिओ, उन्हां दा गुरु हामीकार नहीं बनदा। क्योंकि जे को बचन कमावे संतन का सो गुर प्रसादी तरिए। ਉਹੀ तर सकदा जिहड़ा गुरु दा बचन कमावे। हुण ख्याल करो, एक बंदा किसी रोग के कारण करके मरीज है, कोई रोग लगे तो मैंने ये गल नहीं रखती भी डॉक्टर का किड्डा क वड्डा हस्पताल है, मैंने ये गल नहीं रखती भी असी कितनी महंगी दवाई खा रहे हैं। मैंने ये गल रखती आ कि असी टाइम दे नाल दवाई खा रहे हैं। हुण एक बंदा हज़ारां रुपया की दवाई एक हफ्ते च लैके आया ते अलमारी दे विच सांभ के रख दित्ती आ ते आखे मेरा रोग दूर हो जाएगा, तो किवें होऊगा रोग दूर जदों दवाई का सेवन ही नहीं कीता। भाई गुरदास जी कहंदे औखद असी सेवन नहीं कीता, दवाई असी सेवन नहीं कीती, कैसे मिटे रोग सुख सहज समाइए। ते तेरा रोग किवें मिटूगा? जे दवाई भावां घट पैसिਆਂ वाली आ, ਉਹਨੂੰ सेवन तो टाइम ना कर लिया तो हो सकता तेरा इलाज हो जे, तेरा रोग दूर हो जे। पर जे टाइम लंघ चुकिया, टाइम ते तू सेवन नहीं किया तो कोई मैने नहीं, तू किड्डी वड्डी महंगी दवाई खा रहा। इस गल का मायना है कि तू गुरु का वचन कितना कमा रहा है। मैंने ये गल नहीं कि तेरा लिबास की है, मैंने ये गल नहीं कि तू दुनिया वास्ते की है, मैंने ये गल नहीं तू किड्डा धनी है, मैंने ये गल नहीं तू किड्डे उच्च अहुदे ते काम कर रहा है, मैंने ये गल नहीं कि तेरे कोले बड़ा वड्डा बंगला है, मैंने ये गल कोई नहीं रखती कि तेरा की लिबास है। चेते रखी, मैंने ये गल रख दी तू गुरु का बचन कितना कमाया है। मैंने ये भी गल नहीं रखती, मैनू माफ़ कर देना तू दूर आ कि नेड़े है। जे नेड़े रह के आप बचन नहीं कमा रहे, मैनू खिमा करना, तो फिर भी साडा हो सकता भला ना हो। क्योंकि चिच्चड़ दुध के नेड़े रह रहा पर दुध नहीं पी रहा। मैंने ये गल रख दी आ कि असी गुरु के बचन कितना कमा रहे हैं। जे गुरु के बचन को कमा रहे हैं तो गुरु साडा साखी है, साडा गवाहीदार है, साडा हामीदार है। तो जे गुरु के बचन को कमाया ही नहीं है तो फिर गुरु साडा हामीदार नहीं बनता, भावें वो कोई भी है। इथों तक हजूर ने अपने पुत्रां तक नूं गुरु रामदास साहब पातशाह के वड्डे सपुत्र सन सत्कारयोग बाबा पिरथी चंद जी। आपां सत्कार नाल तां नाम लै रहे हैं क्योंकि वो गुरु पुत्र ने। बाबे पिरथी चंद ने बचन नहीं कमाया ते गुरु अर्जन साहब पातशाह ने बचन नूं मान लिया, बचन नूं मान लिया। ते इत्थे बचन कमाउण वालियां नूं पहल आ, इत्थे बचन मनन वालियां नूं पहल आ। हुक्म मन्नै होवै परवान तां खसमे का महल पाए सी। जिहड़ा हुक्म मनदा उहनूं पहल है, जिन्हें हुक्म नहीं मन्निया वो भावां अपना ते भावां दूर दा, भावां छोटा है ते भावां वड्डा है, भावां पढ़िया ते भावां अनपढ़िया। जिहड़ा बचन मन गया वो तर गया,
ਤੇ ਜਿਹਨੇ ਬਚਨ ਨਹੀਂ ਮੰਨਿਆ ਉਹ ਡੁੱਬ ਗਿਆ। ਆਖੋ ਸਤਨਾਮ। ਉਹ ਡੁੱਬਿਆ। ਬਾਬਾ ਪਿਰਥੀ ਚੰਦ ਜੀ ਨੇ ਬਚਨ ਨਹੀਂ ਮੰਨਿਆ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਚਨ ਮੰਨ ਲਿਆ, ਉਹ ਪ੍ਰਵਾਨ ਚੜ੍ਹ ਕੇ। ਹਜੂਰ ਪਾਤਸ਼ਾਹ ਗੁਰ ਪੀਰ ਹਾਮਾ ਤਾਂ ਭਰੇ, ਜਾਮ ਮੁਰਦਾਰ ਨਾ ਖਾਏ। ਇਹ ਮੁਰਦਿਆਂ ਵਾਲਾ ਮਾਸ, ਪਰਾਇਆ ਹੱਕ ਖਾਣਾ ਮੁਰਦੇ ਦੇ ਮਾਸ ਖਾਣ ਦੇ ਬਰਾਬਰ। ਜੇ ਤੂੰ ਇਹ ਮੁਰਦਾਰ ਨਾ ਖਾਵੇਂ, ਜੇ ਤੂੰ ਪਰਾਇਆ ਹੱਕ ਨਾ ਖਾਵੇਂ, ਤਾਂ ਤੇਰੀ ਗੁਰੂ ਹਾਮੀ ਭਰੂਗਾ। ਜੇ ਤੂੰ ਖਾਵੇਂਗਾ ਤੇ ਤੇਰਾ ਗੁਰੂ ਹਾਮੀਦਾਰ ਨਹੀਂ ਹੈ। ਗੱਲੀ ਭਿਸਤ ਨਾ ਜਾਈਐ, ਛੁੱਟੈ ਸੱਚ ਕਮਾਏ। ਕਹਿਣ ਲੱਗੇ ਗੱਲਾਂ ਨਾਲ ਭਿਸਤ ਦਾ ਮਤਲਬ ਹੈ ਜੰਨਤ, ਸੱਚਖੰਡ, ਰੱਬ ਦੇ ਘਰ ਦੀ ਸੱਚੀ ਦਰਗਾਹ। ਕਹਿਣ ਲੱਗੇ ਬਹਿਸ਼ਤ ਵਿੱਚ ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ। ਨਿਰੀਆਂ ਗੱਲਾਂ ਮੈਂ ਕਰੀ ਜਾਵਾਂ, ਭਜਨ ਦੀਆਂ ਕਰੀ ਜਾਵਾਂ, ਪਾਠ ਦੀਆਂ ਕਰੀ ਜਾਵਾਂ, ਸੇਵਾ ਦੀਆਂ ਕਰੀ ਜਾਵਾਂ। ਕਦੇ ਮੈਂ ਜਪਜੀ ਸਾਹਿਬ ਆਪ ਖੁਦ ਪੜ੍ਹ ਕੇ ਨਾ ਵੇਖਿਆ ਹੋਵੇ ਤੇ ਮੈਂ ਕਹਾਂ ਪਾਠ ਕਰੋ ਜੀ, ਨਿਤਨੇਮ ਕਰੋ ਜੀ, ਤਾਂ ਗੱਲਾਂ ਨਾਲ ਪਹੁੰਚਿਆ ਮੈਥੋਂ ਵੀ ਨਹੀਂ ਜਾਣਾ। ਪੂਛਤ ਪਥਕ ਤੈ ਮਾਰਗ ਨਾ ਧਾਰੈ ਪੱਗ। ਮੰਨ ਲਓ ਅਸੀਂ ਪੰਜਾਬ ਤੋਂ ਆਏ ਹਾਂ ਤੇ ਅਸੀਂ ਪੰਜਾਬ ਤੋਂ ਪੁੱਛਦੇ ਵੀ ਦਿੱਲੀ ਕਿੰਨੀ ਵਾਟ ਹੈ, ਕਿੰਨੀ ਫਾਸਲਾ ਹੈ, ਕਿੰਨੇ ਕਿਲੋਮੀਟਰ ਹੈ। ਚਾਹੇ ਤੁਸੀਂ ਨੈੱਟ ਤੇ ਦੇਖ ਲਓਗੇ, ਚਾਹੇ ਕਿਸੇ ਹੋਰ ਸਹਾਇਤਾ ਨਾਲ ਪਤਾ ਕਰੋਗੇ ਕਿ 350 400 ਕਿਲੋਮੀਟਰ ਦਿੱਲੀ ਦਾ ਫਾਸਲਾ ਹੈ। ਤਾਂ ਅਸੀਂ ਉੱਥੇ ਖਲੋਤੇ ਰਹਿੰਦੇ ਹਾਂ ਪੁੱਛ ਕੇ ਵੀ ਕਿੰਨੀ ਵਾਟ ਹੈ, ਤਾਂ ਕਿਵੇਂ ਪਹੁੰਚਾਂਗੇ। ਆਪਾਂ ਕਿਤੇ ਵੀ ਮੰਜ਼ਿਲ ਤੇ ਪਹੁੰਚਣਾ ਤਾਂ ਰਾਹਗੀਰ ਨੂੰ, ਕਿਸੇ ਸੰਜੋਗੀ ਨੂੰ, ਕਿਸੇ ਤੋਂ ਸਹਾਇਤਾ ਲੈਂਦੇ ਹੋ, ਮੈਂ ਫਲਾਨੀ ਜਗ੍ਹਾ ਤੇ ਜਾਣਾ, ਕਿੱਧਰ ਦੀ ਜਾਵਾਂ, ਤਾਂ ਉਹ ਬੰਦਾ ਦੱਸਦਾ ਆਹ ਰਸਤਾ ਜਾ ਰਿਹਾ, ਬਾਏ ਬੱਸ ਚਲਿਆ ਜਾ, ਬਾਏ ਟ੍ਰੇਨ ਚਲਿਆ ਜਾ, ਬਾਏ ਬੈਕ ਚਲਿਆ ਜਾ। ਭਾਵ ਤੂੰ ਮੋਟਰਸਾਈਕਲ ਤੇ ਜਾ ਰਿਹਾ, ਬੱਸ ਤੇ ਜਾ ਰਿਹਾ, ਕਿਸੇ ਪਾਸੇ ਜਾ, ਪਰ ਪੁੱਛ ਕੇ ਖੜ ਨਾ। ਜੇ ਤੂੰ ਖੜ ਗਿਆ ਤੇ ਮੰਜ਼ਿਲ ਤੇ ਕਿਵੇਂ ਪਹੁੰਚੇਗਾ, ਜੇ ਤੂੰ ਖਲੋਤਾ ਹੀ ਉੱਥੇ ਹੈ। ਭਾਈ ਗੁਰਦਾਸ ਜੀ ਕਹਿੰਦੇ ਪੂਛਤ ਪਥਕ ਤਹਿ ਮਾਰਗ ਨਾ ਧਾਰੈ ਪੱਗ। ਮਾਰਗ ਤੇ ਦਾ ਪੈਰ ਨਹੀਂ ਰੱਖਿਆ, ਮਾਰਗ ਤੇ ਤਾਂ ਚੱਲਿਆ ਹੀ ਨਹੀਂ, ਤੇ ਫਿਰ ਕਿਵੇਂ ਪਹੁੰਚੇਗਾ। ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਜਾਈਏ। ਉਹ ਰੱਬ ਦੇ ਦੇਸ਼, ਉਸ ਪਿਆਰੇ ਦੇ ਦੇਸ਼, ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ। ਗੱਲੀ ਭਿਸਤ ਨਾ ਜਾਈਏ, ਗੱਲਾਂ ਨਾਲ ਨਹੀਂ ਸੱਚਖੰਡ ਜਾਇਆ ਜਾਣਾ। ਗੱਲਾਂ ਜਿੰਨੀਆਂ ਮਰਜ਼ੀ ਕਲਾਰ ਕਰਾ ਲਓ। ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਬਚਨ ਕਿਹਾ ਗੱਲੀ ਜੋਗ ਨਾ ਹੋਈ। ਗੱਲਾਂ ਨਾਲ ਨਾ ਕੋਈ ਜੋਗ ਕਮਾ ਸਕਦਾ, ਨਾ ਜੁਗਤ ਜਾਣ ਸਕਦਾ। ਤੇ ਗੱਲਾਂ 'ਚ ਅਸੀਂ ਚੰਗੇ ਬਹੁਤ ਹਾਂ, ਗੱਲਾਂ 'ਚ ਆਪਾਂ ਵਾਰੇ ਥੋੜ੍ਹੀ ਆਉਣ ਦਿੰਦੇ ਹਾਂ ਕਿਸੇ ਬੰਦੇ ਨੂੰ। ਗੱਲਾਂ 'ਚ ਤਾਂ ਆਪਾਂ ਬ੍ਰਹਮ ਗਿਆਨੀ ਹਾਂ, ਗੱਲਾਂ 'ਚ ਆਪਾਂ ਗਿਆਨੀ ਹਾਂ, ਗੱਲਾਂ 'ਚ ਆਪਾਂ ਬਹੁਤ ਉੱਚੇ ਸੁੱਚੇ ਹਾਂ। ਪਰ ਜਦੋਂ ਕੋਈ ਵੇਖਦਾ ਸਾਡੇ ਜੀਵਨ ਦੇ ਨੇੜੇ ਜਾ ਕੇ, ਉਦੋਂ ਪਤਾ ਲੱਗਦਾ ਵੀ ਇਹ ਕੀ ਜੀਵਨ ਦਾ ਮਾਲਕ ਹੈ। ਵੇਖਣ ਨੂੰ ਤੇ ਕਾਂ ਵੀ ਉਸੇ ਤਰ੍ਹਾਂ ਦਾ ਕਾਲਾ ਹੈ, ਤੇ ਵੇਖਣ ਨੂੰ ਕੋਇਲ ਵੀ ਕਾਲੀ ਹੈ। ਵੇਖਣ ਨੂੰ ਹੰਸ ਵੀ ਚਿੱਟਾ, ਤੇ ਵੇਖਣ ਨੂੰ ਬਗਲਾ ਵੀ ਚਿੱਟਾ। ਹੁਣ ਪਤਾ ਬੋਲਿਆਂ ਲੱਗਣਾ ਹੈ ਕਾਂ ਦਾ ਤੇ ਕੋਇਲ ਦਾ। ਕੋਇਲ ਬੋਲੇ ਮਨ ਨੂੰ ਭਾਵੇ, ਕਾਂ ਆਖੇ ਕੰਨ ਖਾਣਾ। ਤੇ ਕਾਂ ਬੋਲਦਾ ਤੇ ਲੋਕ ਕਹਿੰਦੇ ਕੰਨ ਖਾ ਰਿਹਾ। ਕੀ ਕਾਵਾਂ ਰੌਲੀ ਪਾਈ ਆ ਜਿਹਦੀ ਸਮਝ ਨਾ ਆਉਂਦੀ ਹੋਵੇ, ਭੱਦਾ ਬੇਰੁੱਖਾ ਬੇਰਸਾ ਬੋਲ ਰਿਹਾ ਹੋਵੇ, ਤਾਂ ਆਪਾਂ ਕਹਿੰਦੇ ਹਾਂ ਕਾਵਾਂ ਰੌਲੀ ਹੈ। ਤੇ ਜੇ ਮਿਠਾਸ ਹੈ, ਆਨੰਦ ਹੈ, ਸਕੂਨ ਹੈ ਅੰਦਰ ਨੂੰ, ਤਾਂ ਕਹਿੰਦੇ ਆ ਕੋਇਲ ਵਰਗੀ ਆਵਾਜ਼ ਹੈ। ਕੋਇਲ ਦਾ ਬੋਲਣਾ ਭਾਉਂਦਾ ਹੈ, ਚੰਗਾ ਲੱਗਦਾ, ਸਕੂਨ ਦਿੰਦਾ, ਆਨੰਦ ਦਿੰਦਾ। ਕਾਂ ਦਾ ਬੋਲਣਾ ਮਨ ਦੇ ਵਿੱਚ ਚੜਾਹਟ ਪੈਦਾ ਕਰਦਾ। ਰੰਗ ਦੋਨਾਂ ਦਾ ਕਾਲਾ, ਪਰ ਬੋਲਣ ਤੋਂ ਪਤਾ ਲੱਗਦਾ ਕੌਣ ਕੀ ਹੈ। ਬਗਲਾ ਤੇ ਹੰਸ ਵੇਖਣ ਨੂੰ ਚਿੱਟੇ, ਪਰ ਉਹਨਾਂ ਦੀ ਖੁਰਾਕ ਤੋਂ ਪਤਾ ਲੱਗਦਾ ਵੀ ਕਿਹੜਾ ਹੰਸ ਹੈ ਤੇ ਕਿਹੜਾ ਬਗਲਾ। ਹੰਸਾ ਹੀਰੇ ਮੋਤੀ ਚੁਗਣਾ, ਹੰਸਾਂ ਦੀ ਖੁਰਾਕ ਹੀਰੇ ਮੋਤੀਆਂ ਦੀ ਚੋਗ। ਮਾਨ ਸਰੋਵਰ ਦੇ ਕਿਨਾਰੇ ਤੇ ਰਹਿਣਾ,
ਤੇ ਬਗਲੇ ਦੀ ਖੁਰਾਕ ਡੱਡੂ ਮੱਛੀਆਂ ਖਾਣਾ ਤੇ ਛੱਪੜਾਂ ਦੇ ਕਿਨਾਰੇ ਤੇ ਰਹਿਣਾ। ਹੁਣ ਲਿਬਾਸ ਇੱਕੋ ਜਿਹਾ, ਰੰਗ ਦੋਨਾਂ ਦਾ ਦੁੱਧ ਵਰਗਾ ਚਿੱਟਾ, ਤੇ ਉਹਨਾਂ ਦੀ ਖੁਰਾਕ ਤੋਂ ਪਤਾ ਲੱਗਿਆ ਕੌਣ ਕੀ ਹੈ। ਅਸਲ ਵਿੱਚ ਬੋਲੀ ਤੋਂ, ਅਸਲ ਵਿੱਚ ਜੀਵਨ ਦੇ ਚੜ੍ਹਦੀ ਕਲਾ ਤੋਂ ਪਤਾ ਲੱਗਦਾ ਵੀ ਇਹ ਸੰਤ ਹੈ, ਗੁਰਮੁਖ ਹੈ, ਮਨਮੁਖ ਹੈ ਕਿ ਸਾਕਤ ਹੈ। ਉਹਦੇ ਜੀਵਨ ਤੋਂ ਪਤਾ ਲੱਗਾ। ਜਿਹਦਾ ਜੀਵਨ ਹੀ ਆਚਰਣ, ਕਿਰਦਾਰ, ਜੀਵਨ ਗਿਰਿਆ ਹੋਇਆ, ਉਹਨੂੰ ਕਿਵੇਂ ਆਖੋਗੇ ਸੰਤ ਹੈ? ਉਹਨੂੰ ਕਿਵੇਂ ਆਖੋਗੇ ਗੁਰਮੁਖ ਹੈ? ਉਹਨੂੰ ਕਿਵੇਂ ਆਖੋਗੇ ਸਤਿਪੁਰਸ਼? ਕਿਉਂਕਿ ਜੀਵਨ ਨੇ ਦੱਸਣਾ ਸੀ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸੱਜਣ ਠੱਗ ਨੂੰ ਮਿਲਦੇ ਆ। ਮੈਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਹੀ ਪਾਵਨ ਅੱਜ ਦਾ ਸ਼ਬਦ ਹੈ, ਤੇ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਦੇ ਇਤਿਹਾਸ ਵਿੱਚੋਂ ਹੀ ਆਪਾਂ ਸਮਝਣ ਦਾ ਯਤਨ ਕਰ ਰਹੇ ਹਾਂ, ਕਿਉਂਕਿ ਪਾਵਨ ਚਰਨ ਛੋਹ ਧਰਤੀ, ਇਹ ਪਾਵਨ ਮੁਬਾਰਕ ਸਥਾਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ। ਸੱਜਣ ਠੱਗ ਹੈ, ਧਰਮ ਦਾ ਲਿਬਾਸ ਧਾਰਨ ਕੀਤਾ ਹੋਇਆ। ਤੁਸੀਂ ਜਾਣਦੇ ਹੋ ਸਾਰੇ ਇਤਿਹਾਸ ਨੂੰ, ਭਲੀ ਭਾਂਤ ਤੁਸੀਂ ਪੜ੍ਹਿਆ, ਸਮਝਿਆ, ਸੁਣਿਆ। ਆਪਾਂ ਤੂਕ ਮਾਤਰ ਇੱਕ ਉਦਾਹਰਨ ਲੈ ਰਹੇ ਹਾਂ। ਧਰਮ ਦਾ ਲਿਬਾਸ ਧਾਰਨ ਕੀਤਾ, ਲੋਕਾਂ ਨੂੰ ਰਿਹਾਇਸ਼ ਵੀ ਦੇ ਰਿਹਾ। ਰਾਤ ਨੂੰ, ਰਾਤ ਗੁਜ਼ਾਰਨ ਵਾਸਤੇ ਮੰਜਾ ਬਿਸਤਰਾ ਮਿਲ ਜਾਂਦਾ, ਖਾਣ ਨੂੰ ਭੋਜਨ ਮਿਲ ਜਾਂਦਾ। ਲੋਕੀ ਧਰਮ ਹੀ ਕਰਕੇ ਆਏ, ਲੋਕ ਵਿਸ਼ਵਾਸ ਕਰਕੇ ਆਉਂਦੇ ਨੇ, ਪਰ ਰਾਤ ਦੇ ਹਨੇਰੇ ਦੇ ਅੰਦਰ ਉਹਦਾ ਕਿਰਦਾਰ ਕੀ ਹੈ? ਰਾਤ ਦੇ ਹਨੇਰੇ ਦੇ ਅੰਦਰ ਉਹਦਾ ਜੀਵਨ ਕੀ ਹੈ? ਜਿਸ ਦੇ ਪਾਸ ਭਾਰੀ ਪੋਟਲੀ ਹੈ, ਉਹਨੂੰ ਮਾਰ ਕੇ, ਖੁਪਾ ਕੇ ਖੂਹ ਵਿੱਚ ਸੁੱਟ ਦਿੰਦਾ, ਮਾਰ ਦਿੰਦਾ, ਉਹਨਾਂ ਦਾ ਧਨ ਲੁੱਟ ਲੈਂਦਾ, ਉਹਨਾਂ ਦੇ ਪਾਸ ਜੋ ਕੁਝ ਹੁੰਦਾ ਲੁੱਟ ਦਿੰਦਾ, ਮਾਰ ਦਿੰਦਾ। ਤਾਂ ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ, ਜਦੋਂ ਮਿਲਾਪ ਹੋਇਆ ਮੇਰੇ ਪਾਤਸ਼ਾਹ ਦਾ, ਤੇ ਹਜ਼ੂਰ ਨੇ ਕਿਹਾ ਸੀ, ਕਹਿਣ ਲੱਗੇ, ਨਾਮ ਤਾਂ ਤੇਰਾ ਸੱਜਣ ਹੈ, ਪਰ ਸੱਜਣਾ ਵਾਲੇ ਕੰਮ ਵੀ ਕਰਿਆ ਕਰ। ਨਾਮ ਤਾਂ ਤੇਰਾ ਸੱਜਣ ਹੈ, ਤੇ ਸੱਜਣਾ ਵਾਲੇ ਕੰਮ ਵੀ ਕਰਿਆ ਕਰ ਭਲਿਆ ਪੁਰਖਾ। ਕੰਮ ਠੱਗਾਂ ਵਾਲੇ ਤੇ ਨਾਮ ਸੱਜਣ। ਹਜ਼ੂਰ ਨੇ ਕਿਹਾ ਸੀ, ਇਹ ਜ਼ਿੰਦਗੀ ਦਾ ਕੱਪੜਾ, ਇਹ ਮਨ ਦਾ ਬਰਤਨ ਐਨਾ ਮੈਲਾ ਹੋ ਗਿਆ ਤੇਰਾ, ਉੱਜਲ ਕੇਹਾ ਨਾ ਚਿਲਕਣਾ, ਘੋਟਮ ਕਾਲੜੀ ਮਸ ਧੋਤਿਆਂ ਝੂਠ ਨਾ ਉਤਰੈ, ਜੇ ਸੋ ਧੋਵਣ ਤਿਸ। ਇੰਨਾ ਮੈਲਾ ਕਰੀ ਬੈਠਾ ਭਲਿਆ ਪੁਰਖਾ ਮਨ ਦੇ ਬਰਤਨ ਨੂੰ, ਇੰਨਾ ਮੈਲਾ ਕਰੀ ਬੈਠਾ ਮਨ ਦੀਆਂ ਵਿਚਾਰਾਂ ਨੂੰ। ਲੱਖ ਵਾਰੀ ਧੋਣ ਦਾ ਯਤਨ ਕਰੇਗਾ, ਇਹ ਸਾਫ਼ ਉੱਜਲ ਨਹੀਂ ਹੋ ਸਕਣਗੇ। ਕਿਉਂ? ਕਿਉਂਕਿ ਨਿਤ ਪਾਪ ਕਮਾ ਰਹੇ, ਨਿਤ ਗੁਨਾਹ ਕਰ ਰਹੇ, ਨਿਤ ਔਗਣ ਕਰ ਰਹੇ। ਤੇ ਇਹ ਮਨ ਨੂੰ ਤਾਂ ਪਹਿਲਾਂ ਹੀ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਪਈ। ਇਸ ਮਨ ਨੂੰ ਤਾਂ ਪਹਿਲਾਂ ਹੀ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਆ, ਤੇ ਉਤੋਂ ਹੋਰ ਮੈਲ ਚੜਾ ਲਿਆ। ਤੇ ਫਿਰ ਕਿਵੇਂ ਸਾਫ਼ ਕਰੇਗਾ ਮਨ ਦੇ ਬਰਤਨ ਨੂੰ? ਮਨ ਦੀ ਕਾੜਨੀ ਨੂੰ ਕਿਵੇਂ ਸਾਫ਼ ਕਰੇਗਾ? ਉਹ ਮਨ ਦੇ ਮੈਲੇ ਕੱਪੜੇ ਨੂੰ ਕਿਵੇਂ ਸਾਫ਼ ਕਰੇਗਾ? ਤੇ ਸੱਜਣ ਹੈ, ਤੇ ਸੱਜਣ ਹੁੰਦੇ ਕੌਣ ਹੈ? ਹਜ਼ੂਰ ਨੇ ਕਿਹਾ, ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ। ਸੱਜਣ ਉਹ ਜਿਹੜੇ ਔਖੇ ਵੇਲੇ ਸਾਡੇ ਨਾਲ ਖੜ ਜਾਣ, ਤੇ ਜਿੱਥੇ ਰੱਬ ਦੀ ਘਰ ਵਿੱਚ, ਰੱਬ ਦੀ ਦਰਗਾਹ ਵਿੱਚ ਤੇਰਾ ਲੇਖਾ ਮੰਗਿਆ ਜਾਵੇ, ਉਹ ਗੁਣ ਰੂਪੀ ਸੱਜਣ ਤੇਰੇ ਨਾਲ ਖੜ ਜਾਣ, ਤੇ ਤੇਰੇ ਜੀਵਨ ਨੂੰ ਢਾਕ ਲੈਣ, ਤੇ ਤੇਰਾ ਪਾਰ ਉਤਾਰਾ ਹੋ ਜਾਵੇ। ਹੁਣ ਕੱਲੀਆਂ ਗੱਲਾਂ ਕਰਾਂਗੇ ਆਪਾਂ। ਹੁਣ ਸੱਜਣ ਠੱਗ ਦੀ ਸਾਖੀ ਵੀ ਸੁਣ ਲਈ, ਸੱਜਣ ਠੱਗ ਦੇ ਜੀਵਨ ਨੂੰ ਵੀ ਪੜ੍ਹ ਲਿਆ, ਤੇ ਆਪਣਾ ਜੀਵਨ ਆਪਾਂ ਬਦਲਿਆ ਨਹੀਂ। ਆਪਣੇ ਸਮੇਤ ਕਹਿ ਰਿਹਾ, ਆਪਣਾ ਜੀਵਨ ਆਪਾਂ ਬਦਲਿਆ ਨਹੀਂ, ਤਾਂ ਫਿਰ ਸਾਡਾ ਕਿਵੇਂ ਭਲਾ ਹੋਊਗਾ? ਹੋਊ ਭਲਾ? ਨਹੀਂ ਭਲਾ ਹੋ। ਗੱਲੀ ਭਿਸਤ ਨਾ ਜਾਈਏ, ਗੱਲਾਂ ਨਾਲ ਰੱਬ ਦੇ ਪਿਆਰੇ ਦੇ ਦੇਸ਼ ਨਹੀਂ ਜਾਇਆ ਜਾਣਾ। ਜਿਹਨੂੰ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਗੱਲਾਂ 'ਚ ਅਸੀਂ ਬਹੁਤ ਚੰਗੇ, ਪਰ ਜਦੋਂ ਆਚਰਣ ਵੇਖਿਆ, ਜੀਵਨ ਦਾ ਵਰਤਾਰਾ ਵੇਖਿਆ, ਜੀਵਨ ਦਾ ਵਿਚਰਨ ਕਰਨ ਵੇਖਿਆ, ਤਾਂ ਉਦੋਂ ਪਾਸੇ ਵੱਜ ਗਏ, ਦੂਰ ਹੋ ਗਏ ਕਿ ਇਹ ਤਾਂ ਇਕੱਲਾ ਗੱਲਾਂ ਵਾਲਾ ਹੀ ਹੈ। ਮਤ ਜਾਣ ਸਹੁ ਗੱਲੀ ਪਾਇਆ। ਗੱਲਾਂ ਨਾਲ ਨਹੀਂ, ਮਤ ਜਾਣ,
ਕਿ ਪ੍ਰਮਾਤਮਾ ਤੂੰ ਗੱਲਾਂ ਨਾਲ ਪਾ ਲੇਗਾ। ਮਤ ਜਾਨ ਸ਼ਹੁ ਗੱਲੀ ਪਾਇਆ, ਗੱਲਾਂ ਨਾਲ ਨਹੀਂ, ਕਮਾਉਣ ਨਾਲ। ਜਿਨ੍ਹਾਂ ਕਮਾਇਆ, ਜਿਨ੍ਹਾਂ ਨੇ ਕਮਾ ਲਿਆ ਜੀਵਨ 'ਚ। ਜੇ ਸੇਵਾ ਦੀ ਗੱਲ ਕਰਦਾ ਸੀ, ਸੇਵਾ ਕਰਕੇ ਵੇਖ ਸੇਵਾ ਦਾ ਆਨੰਦ ਕੀ ਹੈ। ਜਿਹਨੇ ਸੇਵਾ ਕਰਕੇ ਵੇਖੀ ਨਾ ਉਹਨੂੰ ਕੀ ਪਤਾ ਸੇਵਾ ਦਾ ਭਾਵ ਕੀ ਹੈ। ਸੇਵਾ ਨਾਲ ਹੰਕਾਰੀ ਦਾ ਮਨ ਨੀਵਾਂ ਹੋ ਜਾਂਦਾ ਹੈ। ਕਦੇ ਤੁਸੀਂ 1 ਘੰਟਾ ਲਗਾਤਾਰ, 1 ਘੰਟਾ ਬਹੁਤਾ ਸਮਾਂ ਦੀ ਗੱਲ ਨਾ ਦੇਖੋ, 1 ਘੰਟਾ ਸੇਵਾ ਕਰਕੇ ਵੇਖੋ, ਮਨ ਕਿੰਨਾ ਨੀਵਾਂ ਹੁੰਦਾ। ਹੰਕਾਰੀ ਤੋਂ ਹੰਕਾਰੀ ਦਾ ਮਨ ਨੀਵੇਂਪਣ 'ਚ ਆ ਜਾਂਦਾ। ਮਾਨੀ ਤੋਂ ਮਾਨੀ ਬੰਦੇ ਦਾ ਮਨ ਨੀਵੇਂਪਣ 'ਚ ਆਉਂਦਾ। ਜਦੋਂ ਸੰਗਤ ਦੇ ਜੂਠੇ ਬਰਤਨ ਦੀ ਸੇਵਾ ਕਰਦਾ ਹੈ, ਝਾੜੂ ਦੀ ਸੇਵਾ ਕਰਦਾ ਹੈ, ਜੋੜਿਆਂ ਦੀ ਸੇਵਾ ਕਰਦਾ ਹੈ, ਤਾਂ ਗੁਰੂ ਕੇ ਸਿੱਖੋ ਮਨ ਨੀਵਾਂ ਹੁੰਦਾ। ਤੇ ਸਿੱਖ ਦੀ ਅਰਦਾਸ ਹੀ ਇਹ ਆ, ਸਿੱਖਾਂ ਦਾ ਮਨ ਨੀਵਾਂ ਤੇ ਮੱਤ ਉੱਚੀ। ਮਨ ਹਮੇਸ਼ਾ ਨੀਵਾਂ ਰੱਖਣਾ, ਕਿਉਂਕਿ ਸਿੱਖ ਜਿਹੜਾ ਹੈ ਉਹ ਬਾਜ ਵਰਗਾ ਹੈ। ਤੇ ਬਾਜ ਉਡਾਰੀ ਜਿੰਨੀ ਮਰਜ਼ੀ ਉੱਚੀ ਲਾ ਲੇ, ਉਡਾਰੀ ਜਿੰਨੀ ਮਰਜ਼ੀ ਉੱਚੀ ਭਰ ਲੇ, ਪਰਿਵਾਰ ਜਿੰਨੀ ਮਰਜ਼ੀ ਉੱਚੀ ਲੈ ਜਾਏ, ਪਰ ਉਹਦੀ ਨਿਗਾਹ ਹਮੇਸ਼ਾ ਧਰਤੀ ਤੇ ਰਹਿੰਦੀ ਹੈ। ਨਿਗਾਹ ਉਹਦੀ ਹਮੇਸ਼ਾ ਧਰਤੀ ਤੇ ਰਹੇਗੀ। ਅਸੀਂ ਮਤ ਕਰਕੇ, ਅਸੀਂ ਵਿਚਾਰ ਕਰਕੇ, ਆਪਣੀ ਅੰਦਰੂਨੀ ਤਰੱਕੀ ਕਰਕੇ ਜਿੰਨੇ ਮਰਜ਼ੀ ਉੱਚੇ ਚਲੇ ਜਾਈਏ, ਪਰ ਸਾਡਾ ਮਨ ਹਮੇਸ਼ਾ ਗੁਰੂ ਦੇ ਚਰਨਾਂ ਵਿੱਚ ਹੋਣਾ ਚਾਹੀਦਾ। ਆਖੋ ਸਤਿਨਾਮ। ਮਨ ਹਮੇਸ਼ਾ ਨੀਵਾਂ ਰੱਖਣਾ। ਤੇ ਜਿਹੜੇ ਨੀਵੇਂ ਹੁੰਦੇ ਨੇ, ਪਾਤਸ਼ਾਹ ਕਹਿੰਦੇ ਉਹਨਾਂ ਨੂੰ ਹੀ ਰੁਤਬੇ ਪ੍ਰਾਪਤ ਹੁੰਦੇ ਆ, ਉਹਨਾਂ ਨੂੰ ਹੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ। ਆਸਾ ਕੀ ਵਾਰ ਦੇ ਵਿੱਚ ਰਾਗੀ ਸਿੰਘਾਂ ਦੇ ਪਾਸੋਂ ਆਪ ਰੋਜ਼ਾਨਾ ਸਰਵਣ ਕਰਦੇ ਹੋ। ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ, ਉਹ ਜੇ ਆਵੇ ਆਸ ਕਰ ਜਾਏ ਨਿਰਾਸੇ, ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨ ਆਵੇ ਪਤ, ਮਿੱਠਤ ਨੀਵੀਂ ਨਾਨਕਾ। ਗੁਣ ਚੰਗਿਆਈਆਂ ਤਤ, ਸਾਰੇ ਗੁਣਾਂ ਦੀਆਂ, ਸਾਰੀਆਂ ਚੰਗਿਆਈਆਂ ਦਾ ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਇਹ ਤੱਤ ਅਸੀਂ ਕੱਢ ਕੇ ਤੁਹਾਨੂੰ ਦੱਸ ਦਿੱਤਾ। ਮਿੱਠਾ ਬੋਲਣਾ ਤੇ ਨਿਮ ਕੇ ਚੱਲਣਾ, ਇਹੀ ਰੱਬ ਦੇ ਘਰ ਦਾ ਸਿਧਾਂਤ ਹੈ। ਜਿਹੜਾ ਮਿੱਠਾ ਬੋਲੇਗਾ ਤੇ ਨਿਮ ਕੇ ਚੱਲੇਗਾ, ਔਰ ਮਰਤਬੇ ਹਾਸਲ ਕਰ ਲੈਂਦਾ, ਔਰ ਰੁਤਬੇ ਹਾਸਲ ਕਰ ਲੈਂਦਾ। ਤੇ ਜਿਹੜਾ ਸਿਮਲ ਵਾਂਗ ਹੰਕਾਰ ਵਿੱਚ ਹੋਵੇ, ਪਾਤਸ਼ਾਹ ਕਹਿੰਦੇ ਜਿਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਮੀਂਹ ਪਿਆ ਬੜਾ ਜ਼ੋਰਦਾਰ, ਪਰ ਟਿੱਬੇ ਖਾਲੀ ਰਹਿ ਗਏ। ਟਿੱਬੇ ਖਾਲੀ ਰਹਿ ਗਏ। ਟਿੱਬਿਆਂ ਤੇ ਮੀਂਹ ਪਿਆ ਤੇ ਪਾਣੀ ਥੱਲੇ ਵੱਲ ਢਲ ਗਿਆ, ਕਿਉਂਕਿ ਉੱਚੇ ਖਲੋਤੇ ਸਨ। ਉਹ ਜਿਨ੍ਹਾਂ ਦੇ ਮਨ ਹੰਕਾਰ ਕਰਕੇ ਉੱਚੇ, ਉਹਨਾਂ ਨੂੰ ਨਾਮ ਬਾਣੀ ਦੀ ਵਰਖਾ ਥੱਲੇ ਹੋ ਜਾਂਦੀ, ਨਾਮ ਬਾਣੀ ਦੀ ਵਰਖਾ ਦਾ ਪਾਣੀ ਵੀ ਥੱਲੇ ਚਲਿਆ ਜਾਂਦਾ। ਉਹਨਾਂ ਦੇ ਅੰਦਰ ਤਰੌਤ, ਠੰਡਕ, ਸ਼ਾਂਤਤਾ ਗਿੱਲ ਕਦੇ ਆਉਂਦੀ ਹੀ ਨਹੀਂ ਹੈ। ਇਸ ਕਰਕੇ ਗੱਲਾਂ ਨਾਲ ਨਹੀਂ ਕੱਲਾ, ਸੇਵਾ ਕਰਕੇ ਵੇਖ, ਭਜਨ ਕਰਕੇ ਵੇਖ। ਭਜਨ ਦੇ ਵਿੱਚ ਆਨੰਦ ਕੀ ਹੈ, ਬਾਣੀ ਪੜ੍ਹਨ ਵਿੱਚ ਆਨੰਦ ਕੀ ਹੈ, ਜੇ ਕਰਕੇ ਵੇਖੇਗਾ ਤਾਂ ਤੈਨੂੰ ਸਭ ਕੁਝ ਮਿਲਣਾ। ਹਜੂਰ ਅੱਗੇ ਕਹਿ ਰਹੇ ਨੇ, ਮਾਰ ਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ। ਕਹਿੰਦੇ ਹੱਕ ਹਲਾਲ ਦੀ ਕਮਾਈ, ਸੱਚ ਦੇ ਨਾਲ ਜੁੜਨਾ, ਇਹ ਹੀ ਰੱਬ ਦੇ ਘਰ ਦੀਆਂ ਖੁਸ਼ੀਆਂ ਹਨ। ਨਾਨਕ ਗੱਲੇ ਕੂੜੇ ਕੂੜੇ ਪੱਲੇ ਪਾਏ, ਤੇ ਜਿਨ੍ਹਾਂ ਦੇ ਕੋਲ ਕੇਵਲ ਬਾਤਾਂ ਹਨ ਉਹ ਝੂਠ ਦੇ ਵਪਾਰੀ ਹਨ। ਜਿਨ੍ਹਾਂ ਕੋਲੇ ਕੇਵਲ ਬਾਤਾਂ ਹਨ ਉਹ ਝੂਠ ਦੇ ਵਪਾਰੀ ਹਨ, ਤੇ ਜਿਨ੍ਹਾਂ ਕੋਲੇ ਕਮਾਈ ਹੈ ਉਹਨਾਂ ਨੇ ਸੱਚ ਦੇ ਧਨ ਨੂੰ ਇਕੱਠਾ ਕਰ ਲਿਆ। ਸੱਚ ਦੇ ਧਨ ਨੂੰ ਇਕੱਠਾ ਕਰ ਲਿਆ। ਨਾਮ ਅਭਿਆਸ ਜਿਨ੍ਹਾਂ ਨੇ ਜਪਿਆ, ਉਹਨਾਂ ਨੇ ਸੱਚ ਦੇ ਧਨ ਨੂੰ ਇਕੱਠਾ ਕੀਤਾ। ਤੇ ਗੁਰੂ ਕੇ ਸਿੱਖੋ, ਵੇਖੋ ਭਾਈ ਕਨ੍ਹਈਏ ਦਾ ਕਦੇ ਜੀਵਨ, ਬਹੁਤ ਅਮੀਰ ਘਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਹੈ। ਇੱਕ ਅਮੀਰ ਪਿਤਾ ਦੇ ਪੁੱਤਰ ਨੇ ਸੈਂਕੜੇ ਵੰਗਾਰੀ, ਇਤਿਹਾਸ ਦੱਸਦਾ 500 ਤੋਂ ਵੱਧ ਨੌਕਰ ਚਾਕਰ ਵੰਗਾਰੀ ਘਰ ਦੇ ਵਿੱਚ ਕੰਮ ਕਰਦੇ ਸੀ, ਤੇ ਇੱਕ ਲੌਤੀ ਸੰਤਾਨ। ਪਰ ਭਾਈ ਨਨੂਏ ਦੇ ਪਾਸੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਸਰਵਣ ਕਰਕੇ ਤੇ ਮਨ ਦੇ ਵਿੱਚ ਵਿਰਾਗ ਪੈਦਾ ਹੋ ਗਿਆ। ਉਹ ਮਣਾ, ਇਹ ਧਨ
ਇਹ ਦੌਲਤਾਂ, ਇਹ ਸ਼ੌਹਰਤਾਂ, ਇਹ ਨੌਕਰ ਚਾਕਰ ਅਸਲ ਵਿੱਚ ਤੇਰੇ ਕੰਮ ਨਹੀਂ ਆਉਣ ਵਾਲੇ। ਉਹ ਪ੍ਰਮਾਤਮਾ ਦਾ ਨਾਮ ਅੰਤ ਬਾਰ ਨਾਨਕ ਬਿਨ ਹਰਿ ਜੀ ਕੋਊ ਕਾਮ ਨਾ ਆਇਓ। ਪਤਾ ਲੱਗ ਗਿਆ ਜੀਵਨ ਦੇ ਸੱਚ ਦਾ। ਤੇ ਉਹਨਾਂ ਨੇ ਕੱਲਾ ਗੱਲਾਂ ਨਹੀਂ ਕਮਾਈਆਂ, ਉਹਨਾਂ ਕਮਾ ਕੇ ਦੱਸ ਦਿੱਤਾ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸੇਵਾਦਾਰ ਬਣੇ। ਸੇਵਾਦਾਰ ਬਣ ਸੇਵਾ ਕਮਾਈ ਪਾਣੀ ਦੀ। ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਸਮੇਂ ਤੋਂ ਬਰਕਤਾਂ ਨਿਆਮਤਾਂ ਲੈ ਕੇ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਪ੍ਰਾਪਤ ਕੀਤਾ। ਆਖੋ ਸਤਿਨਾਮ। ਇਹ ਕੱਲਾ ਗੱਲਾਂ ਨਾਲ ਨਹੀਂ, ਇਹ ਗੁਰੂ ਦੀ ਬਰਕਤ, ਗੁਰੂ ਦੇ ਬਚਨ ਨੂੰ ਕਮਾਉਣ ਨਾਲ ਸਾਰਾ ਕੁਝ ਹੋਣਾ ਹੈ। ਆਓ ਇਸ ਪਾਵਨ ਸ਼ਬਦ ਦੀਆਂ ਲਾਸਟ ਵਾਲੀਆਂ ਪੰਕਤੀਆਂ ਪੜ੍ਹ ਕੇ ਪਾਵਨ ਸ਼ਬਦ ਦੀ ਵਿਚਾਰ ਨੂੰ ਸਮਾਪਤ ਕਰੀਏ। ਨਾਨਕ ਗੱਲੀ ਕੂੜਈ ਕੂੜੋ ਪੱਲੇ ਪਾਏ। ਇਹ ਝੂਠੀਆਂ ਬਾਤਾਂ, ਇਹ ਝੂਠੀਆਂ ਗੱਲਾਂ ਦਾ ਖਿਆਲ ਛੱਡ ਤੇ ਕੂੜ ਨੂੰ ਪਾਸੇ ਕਰਕੇ ਸੱਚ ਦਾ ਨਾਮ ਅਭਿਆਸ, ਸੱਚ ਦਾ ਧਨ ਪੱਲੇ ਬੰਨ੍ਹ ਲਾ, ਜੇ ਜੀਵਨ ਵਿੱਚੋਂ ਪਾਰ ਉਤਾਰਾ ਹੋਣਾ ਹੈ। ਸੋ ਸਾਧ ਸੰਗਤ, ਅੱਜ ਦੇ ਇਸ ਪਾਵਨ ਸ਼ਲੋਕ ਦੀ ਜੋ ਆਪ ਜੀ ਨੇ ਸਿੰਘ ਸਾਹਿਬ ਦੀ ਰਚਨਾ ਤੋਂ ਸਰਵਣ ਕੀਤਾ, ਉਸ ਪਾਵਨ ਲੜੀਵਾਰ ਸ਼ਬਦ ਦੀ ਆਪਾਂ ਵਿਚਾਰ ਕੀਤੀ ਹੈ। ਸਤਿਗੁਰੂ ਜੀ ਦੇ ਇਸ ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਬੇਅੰਤ ਹੀ ਪ੍ਰਕਾਰ ਦੀਆਂ ਭੁੱਲਾਂ, ਗਲਤੀਆਂ, ਤਰੋਟੀਆਂ ਹੋ ਜਾਂਦੀਆਂ ਹਨ ਜੀ। ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਸਤਿਗੁਰੂ ਜੀ ਔਰ ਸੰਗਤ ਬਖਸ਼ਣ ਯੋਗ ਹੈ। ਬਖਸ਼ ਦੇਣਾ। ਦਾਸ ਕੋਟਾਨ ਕੋਟ ਸ਼ੁਕਰ ਕਰਦਾ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਔਰ ਸਮੁੱਚੇ ਹੀ ਪ੍ਰਬੰਧ ਦਾ, ਸਿੰਘ ਸਾਹਿਬ ਦਾ, ਆਪ ਸਮੁੱਚੀਆਂ ਸੰਗਤਾਂ ਦਾ, ਜਿਨ੍ਹਾਂ ਨੇ ਸਮਾਂ ਦੇ ਕਰਕੇ ਨਿਵਾਜਣਾ ਕੀਤਾ ਹੈ। ਵਿਚਾਰ ਕਰਦਿਆਂ ਬਹੁਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ। ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਜੀ। ਸਤਿਗੁਰੂ ਔਰ ਸੰਗਤ ਬਖਸ਼ਣ ਯੋਗ ਹੈ। ਬਖਸ਼ ਦੇਣਾ। ਸਤਿਕਾਰ ਸਹਿਤ ਫਤਿਹ ਅਰਜ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।